मेरा नाम हरप्रीत सिंह है। मेरी उम्र 24 साल है। मैं एक आम ਜਿਹੇ ਪਿੰਡ ਤੋਂ ਹਾਂ। ਮੇਰੇ ਪਾਪਾ ਖੇਤੀ ਕਰਦੇ ਸੀ ਤੇ ਇਸ ਕੰਮ 'ਚ ਮੇਰੀ ਮੰਮੀ ਵੀ ਉਹਨਾਂ ਦੀ ਮਦਦ ਕਰਦੇ ਸੀ। ਮੇਰੇ ਮੰਮੀ ਪਾਪਾ ਨੇ ਮੈਨੂੰ ਬਹੁਤ ਮਿਹਨਤ ਕਰਕੇ ਪੜ੍ਹਾਇਆ ਲਿਖਾਇਆ। ਪੜ੍ਹ ਲਿਖ ਕੇ ਮੈਂ ਇੱਕ ਸਕੂਲ ਦੇ ਵਿੱਚ ਨੌਕਰੀ ਕਰਨ ਲੱਗ ਪਿਆ। ਇੱਕ ਦਿਨ ਗੁਆਂਢ ਵਾਲੀ ਆਂਟੀ ਮੇਰੇ ਲਈ ਬਹੁਤ ਵਧੀਆ ਰਿਸ਼ਤਾ ਲੈ ਕੇ ਸਾਡੇ ਘਰ ਆਈ। ਕੁੜੀ ਵਾਲਿਆਂ ਨੇ ਸਾਨੂੰ ਆਪਣੇ ਘਰ ਬੁਲਾਇਆ। ਜਦੋਂ ਅਸੀਂ ਕੁੜੀ ਦੇਖਣ ਗਏ ਤਾਂ ਮੇਰੀ ਮੰਮੀ ਨੂੰ ਕੁੜੀ ਬਹੁਤ ਪਸੰਦ ਆਈ। ਇੱਕ ਮਹੀਨੇ ਦੇ ਅੰਦਰ ਅੰਦਰ ਹੀ ਮੇਰਾ ਵਿਆਹ ਹੋ ਗਿਆ। ਮੇਰੀ ਘਰਵਾਲੀ ਦਾ ਨਾਮ ਜੋਤੀ ਹੈ। ਮੈਂ ਤੇ ਮੇਰੀ ਘਰਵਾਲੀ ਇੱਕ ਦੂਜੇ ਨਾਲ ਬਹੁਤ ਖੁਸ਼ ਸੀ। ਮੇਰੀ ਘਰਵਾਲੀ ਨੂੰ ਸ਼ੁਰੂ ਤੋਂ ਹੀ ਸੀਰੀਅਲ ਦੇਖਣ ਦਾ ਬਹੁਤ ਸ਼ੌਂਕ ਸੀ। ਵਿਆਹ ਤੋਂ ਕੁਝ ਮਹੀਨਿਆਂ ਬਾਅਦ ਮੇਰੀ ਮੰਮੀ ਬਿਮਾਰ ਹੋ ਗਏ ਤੇ ਉਹਨਾਂ ਦੀ ਮੌਤ ਹੋ ਗਈ। ਇਹ ਸਦਮਾ ਬਰਦਾਸ਼ਤ ਕਰਨਾ ਮੇਰੇ ਲਈ ਬਹੁਤ ਔਖਾ ਸੀ। ਇਸ ਮੁਸ਼ਕਿਲ ਘੜੀ ਵਿੱਚ ਮੇਰੀ ਘਰਵਾਲੀ ਨੇ ਮੇਰਾ ਬਹੁਤ ਸਾਥ ਦਿੱਤਾ ਸੀ। ਹੌਲੀ ਹੌਲੀ ਮੈਂ ਇਸ ਸਦਮੇ 'ਚੋਂ ਬਾਹਰ ਨਿਕਲ ਆਇਆ ਤੇ ਆਪਣੀ ਨੌਕਰੀ ਤੇ ਜਾਣ ਲੱਗ ਪਿਆ। ਮੇਰੀ ਪਤਨੀ ਬਹੁਤ ਚੰਗੀ ਹੈ। ਉਹਨੂੰ ਸੀਰੀਅਲ ਦੇਖਣਾ ਬਹੁਤ ਪਸੰਦ ਹੈ ਤੇ ਉਹ ਘਰ ਦੇ ਸਾਰੇ ਕੰਮ ਖਤਮ ਕਰਕੇ ਸੀਰੀਅਲ ਦੇਖਣ ਲੱਗ ਜਾਂਦੀ ਸੀ। ਇੱਕ ਦਿਨ ਅਚਾਨਕ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਦੇਖਿਆ ਕਿ ਮੇਰੀ ਪਤਨੀ ਕਮਰੇ ਵਿੱਚ ਨਹੀਂ ਸੀ। ਜਦੋਂ ਮੈਂ ਬਾਹਰ ਜਾ ਕੇ ਦੇਖਿਆ ਤਾਂ ਉਹ ਨਾਲ ਦੇ ਕਮਰੇ ਵਿੱਚ ਫੋਨ ਲੈ ਕੇ ਬੈਠੀ ਸੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਇਸ ਟਾਈਮ ਇੱਥੇ ਕੀ ਕਰਦੀ ਪਈ ਹੈ? ਉਹ ਮੈਨੂੰ ਕਹਿੰਦੀ, ਮੈਂ ਸੀਰੀਅਲ ਦੇਖਦੀ ਪਈ ਹਾਂ। ਮੈਂ ਇੱਕ ਆਮ ਜਿਹੇ ਕਿਸਾਨ ਦਾ ਮੁੰਡਾ ਸੀ। ਮੇਰੀ ਨੌਕਰੀ ਨਾਲ ਵੀ ਕੁਝ ਜ਼ਿਆਦਾ ਕਮਾਈ ਨਹੀਂ ਸੀ। ਫਿਰ ਇੱਕ ਦਿਨ ਅਚਾਨਕ ਮੇਰੀ ਘਰਵਾਲੀ ਦੇ ਅਕਾਊਂਟ ਦੇ ਵਿੱਚ ਪੈਸੇ ਆਉਣ ਲੱਗ ਪਏ। ਉਹ ਪੈਸੇ ਦੇਖ ਕੇ ਮੈਂ ਹੈਰਾਨ ਹੋ ਗਿਆ ਕਿਉਂਕਿ ਮੇਰਾ ਮੋਬਾਈਲ ਨੰਬਰ ਪਤਨੀ ਦੇ ਅਕਾਊਂਟ ਨਾਲ ਲਿੰਕ ਸੀ। ਮੈਂ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਇੰਨੇ ਪੈਸੇ ਕਿੱਥੋਂ ਆਏ ਤੇ ਕੌਣ ਪਾਉਂਦਾ ਪਿਆ ਹੈ। ਮੈਨੂੰ ਆਪਣੀ ਪਤਨੀ ਤੇ ਸ਼ੱਕ ਹੋਣ ਲੱਗ ਪਿਆ ਕਿਉਂਕਿ ਉਹ ਹਰ ਰੋਜ਼ ਰਾਤ ਨੂੰ ਫੋਨ ਤੇ ਕੁਝ ਨਾ ਕੁਝ ਜ਼ਰੂਰ ਕਰਦੀ ਸੀ। ਕਿਉਂਕਿ ਜਦੋਂ ਵੀ ਰਾਤ ਨੂੰ ਮੇਰੀ ਅੱਖ ਖੁੱਲ੍ਹਦੀ ਤਾਂ ਮੇਰੀ ਪਤਨੀ ਦੇ ਹੱਥ 'ਚ ਫੋਨ ਹੁੰਦਾ ਤੇ ਉਹ ਦੂਜੇ ਕਮਰੇ 'ਚ ਬੈਠੀ ਹੁੰਦੀ ਸੀ। ਇਹ ਸਭ ਕੁਝ ਮੈਨੂੰ ਠੀਕ ਨਹੀਂ ਲੱਗਦਾ ਪਿਆ ਸੀ। ਹੁਣ ਤਾਂ ਇਹ ਕੰਮ ਹਰ ਰੋਜ਼ ਹੀ ਹੋਣ ਲੱਗ ਪਿਆ ਸੀ। ਮੈਂ ਜਦੋਂ ਵੀ ਉਸ ਨੂੰ ਪੁੱਛਦਾ ਕਿ ਤੂੰ ਦੂਜੇ ਕਮਰੇ ਵਿੱਚ ਕੀ ਕਰਦੀ ਹੈ ਤਾਂ ਉਹ ਮੈਨੂੰ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ ਸੀ ਕਿ ਮੈਨੂੰ ਨੀਂਦ ਨਹੀਂ ਆਉਂਦੀ ਪਈ ਸੀ, ਇਸ ਕਰਕੇ ਮੈਂ ਸੀਰੀਅਲ ਦੇਖਦੀ ਪਈ ਹਾਂ। ਤੇ ਇਹ ਵੀ ਕਹਿ ਦਿੰਦੀ ਕਿ ਮੈਂ ਦੂਜੇ ਕਮਰੇ ਵਿੱਚ ਇਸ ਕਰਕੇ ਆਉਂਦੀ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰੀ ਵਜ੍ਹਾ ਨਾਲ ਤੁਹਾਡੀ ਨੀਂਦ ਖਰਾਬ ਹੋਵੇ। ਹੁਣ ਤਾਂ ਉਹਦੇ ਅਕਾਊਂਟ ਵਿੱਚ ਪੈਸੇ ਹੀ ਜ਼ਿਆਦਾ ਆਉਣ ਲੱਗ ਪਏ ਸੀ। ਮੈਨੂੰ ਆਪਣੀ ਵਾਈਫ ਤੇ ਸ਼ੱਕ ਹੋਣ ਲੱਗ ਪਿਆ ਕਿ ਕਿਤੇ ਮੇਰੀ ਵਾਈਫ ਕੋਈ ਗਲਤ ਕੰਮ ਤਾਂ ਨਹੀਂ ਕਰਦੀ ਪਈ। ਇਸ ਬਾਰੇ ਮੈਂ ਉਹਦੇ ਨਾਲ ਕੋਈ ਗੱਲ ਨਹੀਂ ਸੀ ਕੀਤੀ। ਮੈਨੂੰ ਸ਼ੱਕ ਹੋਣ ਲੱਗ ਪਿਆ ਕਿਤੇ ਉਹ ਪੈਸੇ ਦੀ ਕਮੀ ਕਰਕੇ ਕੋਈ ਗਲਤ ਕੰਮ ਤਾਂ ਨਹੀਂ ਕਰਦੀ ਪਈ। ਹਰ ਵੇਲੇ ਮੇਰੇ ਦਿਮਾਗ ਵਿੱਚ ਇੱਦਾਂ ਦੇ ਹੀ ਖਿਆਲ ਆਉਂਦੇ ਰਹਿੰਦੇ ਸੀ। ਇਹੀ ਸੋਚ ਸੋਚ ਕੇ ਮੇਰਾ ਦਿਮਾਗ ਪੜਦਾ ਪਿਆ ਸੀ, ਜਿਸ ਦੀ ਵਜ੍ਹਾ ਕਾਰਨ ਮੈਂ ਸਕੂਲ ਦੇ ਬੱਚਿਆਂ 'ਤੇ ਵੀ ਧਿਆਨ ਨਹੀਂ ਦੇ ਪਾਉਂਦਾ ਸੀ। ਇਸ ਵਜ੍ਹਾ ਕਾਰਨ ਮੈਨੂੰ ਸਕੂਲ ਦੇ ਪ੍ਰਿੰਸੀਪਲ ਨੇ ਨੌਕਰੀ ਤੋਂ ਵੀ ਕੱਢ ਦਿੱਤਾ। ਮੈਂ ਆਪਣੇ ਪ੍ਰਿੰਸੀਪਲ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਸਰ, ਤੁਸੀਂ ਮੈਨੂੰ ਨੌਕਰੀ ਤੋਂ ਨਾ ਕੱਢੋ, ਮੇਰੇ ਕੋਲ ਤਾਂ ਹੋਰ ਕੋਈ ਨੌਕਰੀ ਵੀ ਨਹੀਂ ਹੈ। ਪਰ ਪ੍ਰਿੰਸੀਪਲ ਨੇ ਸਾਫ਼ ਹੀ ਕਹਿ ਦਿੱਤਾ ਕਿ ਤੇਰਾ ਦਿਮਾਗ ਬੱਚਿਆਂ ਦੀ ਪੜ੍ਹਾਈ ਵੱਲ ਨਹੀਂ ਹੈ ਤੇ ਉਹਨਾਂ ਦੇ ਮਾਤਾ ਪਿਤਾ ਨੇ ਮੈਨੂੰ ਸ਼ਿਕਾਇਤ ਕੀਤੀ ਹੈ, ਜਿਹਦੇ ਨਾਲ ਸਾਡੇ ਸਕੂਲ ਦੀ ਰੈਪੂਟੇਸ਼ਨ ਖਰਾਬ ਹੁੰਦੀ ਪਈ ਹੈ। ਇਸ ਕਰਕੇ ਅਸੀਂ ਤੈਨੂੰ ਨੌਕਰੀ ਤੇ ਨਹੀਂ ਰੱਖ ਸਕਦੇ। ਨੌਕਰੀ ਚਲੀ ਜਾਣ ਦੀ ਗੱਲ ਮੈਂ ਕਿਸੇ ਨਾਲ ਨਹੀਂ ਕੀਤੀ। ਇੱਥੋਂ ਤੱਕ ਕਿ ਮੈਂ ਆਪਣੇ ਘਰਦਿਆਂ ਨਾਲ ਵੀ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਸੀ। ਆਪਣੇ ਖਰਚੇ ਬਾਰੇ ਸੋਚ ਸੋਚ ਕੇ ਮੈਨੂੰ ਬਹੁਤ ਟੈਨਸ਼ਨ ਹੁੰਦੀ ਪਈ ਸੀ ਕਿ ਘਰ ਦਾ ਖਰਚਾ ਕਿੱਦਾਂ ਚੱਲੂਗਾ। ਫਿਰ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ। ਮੈਂ ਆਪਣੀ ਪਤਨੀ ਵਾਲੇ ਅਕਾਊਂਟ ਵਾਲੇ ਪੈਸਿਆਂ ਵਿੱਚੋਂ ਥੋੜ੍ਹੇ ਜਿਹੇ ਪੈਸੇ ਕਢਵਾ ਲਏ ਤੇ ਇੱਕ ਮਹੀਨੇ ਦਾ ਰਾਸ਼ਨ ਮੈਂ ਘਰ ਲੈ ਆਇਆ। ਉਹਨਾਂ ਪੈਸਿਆਂ ਦੇ ਬਾਰੇ ਮੈਂ ਆਪਣੀ ਘਰਵਾਲੀ ਨਾਲ ਕੋਈ ਗੱਲ ਨਹੀਂ ਕਰਦਾ ਸੀ। ਨੌਕਰੀ ਤੋਂ ਕੱਢਣ ਤੋਂ ਬਾਅਦ ਮੈਂ ਖੁਦ ਬਹੁਤ ਪਰੇਸ਼ਾਨ ਹੋ ਗਿਆ ਸੀ। ਉਸ ਅਕਾਊਂਟ 'ਚੋਂ ਥੋੜ੍ਹੇ ਜਿਹੇ ਪੈਸੇ ਮੈਂ ਖਰਚ ਕਰ ਲਏ ਸੀ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਦੇਖ ਸਕਦਾ ਸੀ। ਪਹਿਲਾਂ ਦੀ ਤਰ੍ਹਾਂ ਸਭ ਕੁਝ ਠੀਕ ਚੱਲਦਾ ਪਿਆ ਸੀ। ਮੇਰੀ ਘਰਵਾਲੀ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦੀ ਸੀ, ਪਰ ਹੁਣ ਉਹਨੇ ਇੱਕ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਉਹ ਹਰ ਰੋਜ਼ ਰਾਤ ਨੂੰ ਮੈਨੂੰ ਦੁੱਧ ਦਾ ਗਿਲਾਸ ਬਣਾ ਕੇ ਦਿੰਦੀ ਤੇ ਕਹਿੰਦੀ
ਕਿ ਜੇ ਤੁਸੀਂ ਆਪਣੀ ਸਿਹਤ ਦਾ ਖਿਆਲ ਨਾ ਰੱਖੋਗੇ ਤਾਂ ਤੁਸੀਂ ਕਮਜ਼ੋਰ ਹੋ ਜਾਓਗੇ। ਦੁੱਧ ਪੀ ਕੇ ਤੁਹਾਡੇ ਵਿੱਚ ਤਾਕਤ ਆ ਜਾਊਗੀ ਤੇ ਸਾਰਾ ਦਿਨ ਤੁਸੀਂ ਆਰਾਮ ਨਾਲ ਕੰਮ ਕਰ ਸਕਦੇ ਹੋ। ਮੈਂ ਹਮੇਸ਼ਾ ਰੱਬ ਦਾ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਰੱਬ ਨੇ ਮੈਨੂੰ ਇੰਨਾ ਪਿਆਰ ਕਰਨ ਵਾਲੀ ਤੇ ਮੇਰਾ ਇੰਨਾ ਖਿਆਲ ਰੱਖਣ ਵਾਲੀ ਪਤਨੀ ਦਿੱਤੀ। ਹੁਣ ਉਹ ਹਰ ਰੋਜ਼ ਮੈਨੂੰ ਦੁੱਧ ਦਾ ਗਿਲਾਸ ਬਣਾ ਕੇ ਦਿੰਦੀ ਸੀ ਤੇ ਦੁੱਧ ਪੀ ਕੇ ਮੈਨੂੰ ਬਹੁਤ ਗੂੜੀ ਨੀਂਦ ਆ ਜਾਂਦੀ ਸੀ। ਜਦੋਂ ਵੀ ਮੈਂ ਸਵੇਰੇ ਸੋ ਕੇ ਉੱਠਦਾ ਸੀ ਤਾਂ ਮੇਰਾ ਸਿਰ ਬਹੁਤ ਦਰਦ ਕਰਦਾ ਸੀ, ਪਰ ਥੋੜੇ ਟਾਈਮ ਬਾਅਦ ਹੀ ਠੀਕ ਹੋ ਜਾਂਦਾ ਸੀ। ਇਸ ਸਭ ਗੱਲਾਂ ਨੂੰ ਸੋਚ ਕੇ ਮੇਰਾ ਸ਼ੱਕ ਹੋਰ ਵੀ ਜ਼ਿਆਦਾ ਵੱਧ ਗਿਆ। ਮੈਂ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਡਰ ਸੀ ਕਿ ਕਿਤੇ ਉਹ ਮੈਨੂੰ ਛੱਡ ਕੇ ਨਾ ਚਲੀ ਜਾਵੇ। ਇਸ ਕਰਕੇ ਇਸ ਸਭ ਗੱਲਾਂ ਨੂੰ ਮੈਂ ਆਪਣਾ ਵਹਿਮ ਸਮਝ ਕੇ ਭੁੱਲ ਜਾਂਦਾ ਸੀ, ਕਿਉਂਕਿ ਮੈਂ ਆਪਣੀ ਘਰਵਾਲੀ ਤੋਂ ਦੂਰ ਨਹੀਂ ਰਹਿ ਸਕਦਾ ਸੀ। ਪਰ ਅੱਜ ਕੱਲ੍ਹ ਜੋ ਉਹ ਇੰਟਰਨੈਟ ਤੇ ਕਰਦੀ ਪਈ ਸੀ, ਇਹ ਗੱਲ ਇਗਨੋਰ ਵੀ ਨਹੀਂ ਕਰ ਸਕਦਾ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਪਿਆ ਕਿ ਕੀ ਸਹੀ ਹੈ ਤੇ ਕੀ ਗਲਤ। ਮੈਂ ਆਪਣੀ ਪਤਨੀ ਦੇ ਬਾਰੇ ਇਹ ਸਭ ਕੁਝ ਨਹੀਂ ਸੋਚ ਸਕਦਾ ਸੀ, ਕਿਉਂਕਿ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਮੇਰਾ ਦਿਲ ਇਹ ਸਭ ਮੰਨਣ ਲਈ ਤਿਆਰ ਨਹੀਂ ਸੀ ਕਿ ਉਹ ਗਲਤ ਹੈ। ਮੈਂ ਇਹ ਸਭ ਗੱਲਾਂ ਨੂੰ ਇਗਨੋਰ ਕਰਕੇ ਨੌਕਰੀ ਲੱਭਣ ਲਈ ਤੁਰ ਪਿਆ। ਕੋਸ਼ਿਸ਼ ਕਰਨ ਤੋਂ ਬਾਅਦ ਮੈਨੂੰ ਇੱਕ ਨੌਕਰੀ ਮਿਲ ਗਈ। ਮੈਂ ਸੋਚਿਆ ਹੋਇਆ ਸੀ ਕਿ ਜਿਹੜੇ ਪੈਸੇ ਮੈਂ ਅਕਾਊਂਟ 'ਚੋਂ ਕਢਵਾਏ ਆ ਉਹ ਮੈਂ ਦੁਬਾਰਾ ਫਿਰ ਜਮ੍ਹਾਂ ਕਰਵਾ ਦੇਣੇ ਆ। ਇਹ ਜਿਹਦੇ ਵੀ ਪੈਸੇ ਹੋਣਗੇ ਮੈਂ ਉਸ ਨੂੰ ਵਾਪਸ ਕਰ ਦਊਂਗਾ। ਹਰ ਰੋਜ਼ ਦੀ ਤਰ੍ਹਾਂ ਕੰਮ ਤੋਂ ਘਰ ਵਾਪਸ ਆਉਂਦਿਆਂ ਮੈਂ ਥੱਕ ਜਾਂਦਾ ਸੀ। ਮੇਰੀ ਘਰਵਾਲੀ ਮੈਨੂੰ ਰੋਟੀ ਦਿੰਦੀ ਤੇ ਰੋਟੀ ਤੋਂ ਬਾਅਦ ਉਹ ਮੈਨੂੰ ਦੁੱਧ ਦਾ ਗਿਲਾਸ ਜ਼ਰੂਰ ਦਿੰਦੀ ਸੀ। ਦੁੱਧ ਪੀਣ ਤੋਂ ਬਾਅਦ ਮੈਂ ਗੂੜੀ ਨੀਂਦ ਵਿੱਚ ਸੋ ਜਾਂਦਾ ਸੀ। ਸਵੇਰੇ ਹੁੰਦਿਆਂ ਹੀ ਮੈਨੂੰ ਆਪਣੀ ਘਰਵਾਲੀ ਦੀ ਹਰਕਤਾਂ ਦੇਖ ਕੇ ਉਹਦੇ ਤੇ ਸ਼ੱਕ ਹੋਣ ਲੱਗ ਪੈਂਦਾ। ਉਹਦੀਆਂ ਹਰਕਤਾਂ ਮੈਨੂੰ ਸ਼ੱਕ ਕਰਨ ਲਈ ਮਜਬੂਰ ਕਰ ਦਿੰਦੀਆਂ ਸੀ। ਹੁਣ ਤਾਂ ਮੈਂ ਇਹ ਵੀ ਸੋਚਣ ਲੱਗ ਪਿਆ ਸੀ ਕਿ ਕਿਤੇ ਉਹ ਮੈਨੂੰ ਦੁੱਧ ਦੇ ਗਿਲਾਸ ਵਿੱਚ ਕੁਝ ਮਿਲਾ ਕੇ ਤਾਂ ਨਹੀਂ ਦਿੰਦੀ, ਜਿਹਦੀ ਵਜ੍ਹਾ ਨਾਲ ਮੈਂ ਗੂੜੀ ਨੀਂਦ ਵਿੱਚ ਸੋ ਜਾਂਦਾ ਹਾਂ। ਇੱਕ ਦਿਨ ਮੈਂ ਸ਼ਾਮ ਨੂੰ ਕੰਮ ਤੋਂ ਵਾਪਸ ਘਰ ਆਇਆ। ਮੈਂ ਬਹੁਤ ਥੱਕਿਆ ਹੋਇਆ ਸੀ, ਇਸ ਕਰਕੇ ਮੈਂ ਰੋਟੀ ਖਾਧੀ ਤੇ ਸੌਂ ਗਿਆ। ਅੱਧੀ ਕੁ ਰਾਤ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਦੇਖਿਆ ਕਿ ਮੇਰੀ ਘਰਵਾਲੀ ਮੇਰੇ ਕੋਲ ਨਹੀਂ ਹੈ। ਮੈਂ ਬਾਹਰ ਗਿਆ ਤਾਂ ਨਾਲ ਦੇ ਕਮਰੇ ਦੀ ਲਾਈਟ ਔਨ ਸੀ। ਜਦੋਂ ਮੈਂ ਕਮਰੇ 'ਚ ਗਿਆ ਤਾਂ ਉਹ ਉੱਥੇ ਬੈਠੀ ਫੋਨ ਚਲਾਉਂਦੀ ਪਈ ਸੀ। ਉਹਨੂੰ ਦੇਖ ਕੇ ਮੇਰੇ ਦਿਮਾਗ ਵਿੱਚ ਹੋਰ ਵੀ ਜ਼ਿਆਦਾ ਸ਼ੱਕ ਪੈਦਾ ਹੋ ਗਿਆ ਸੀ। ਮੇਰੇ ਪੁੱਛਣ ਤੇ ਉਹ ਹਰੇਕ ਵਾਰੀ ਮੈਨੂੰ ਇਹੀ ਜਵਾਬ ਦਿੰਦੀ ਸੀ ਕਿ ਮੈਂ ਸੀਰੀਅਲ ਦੇਖਦੀ ਪਈ ਹਾਂ। ਉਹਦੀਆਂ ਇਹ ਹਰਕਤਾਂ ਮੈਨੂੰ ਕੁਝ ਠੀਕ ਨਹੀਂ ਲੱਗਦੀਆਂ ਪਈਆਂ ਸੀ, ਕਿਉਂਕਿ ਮੈਂ ਵੀ ਇੱਕ ਇੱਜ਼ਤਦਾਰ ਬੰਦਾ ਸੀ। ਆਖਿਰ ਕਦੋਂ ਤੱਕ ਇਹ ਸਭ ਕੁਝ ਬਰਦਾਸ਼ਤ ਕਰਦਾ। ਮੈਂ ਇਹ ਗੱਲ ਹਰ ਰੋਜ਼ ਨੋਟ ਕਰਦਾ ਸੀ। ਮੈਂ ਜਦੋਂ ਵੀ ਘਰ ਆਉਂਦਾ ਮੇਰੀ ਘਰਵਾਲੀ ਮੈਨੂੰ ਰੋਟੀ ਫੜਾਉਂਦੀ ਤੇ ਦੁੱਧ ਦਾ ਗਿਲਾਸ ਦੇ ਕੇ ਦੂਜੇ ਕਮਰੇ ਵਿੱਚ ਚਲੀ ਜਾਂਦੀ। ਹੁਣ ਤਾਂ ਇਹ ਸਭ ਰੋਜ਼ ਹੀ ਹੋਣ ਲੱਗ ਪਿਆ ਸੀ। ਉਹ ਮੇਰੇ ਨਾਲ ਜ਼ਿਆਦਾ ਗੱਲ ਵੀ ਨਹੀਂ ਕਰਦੀ ਸੀ, ਨਾ ਹੀ ਉਹ ਮੇਰੇ ਕੋਲ ਬੈਠਦੀ ਸੀ। ਮੈਨੂੰ ਬਹੁਤ ਅਜੀਬ ਲੱਗਦਾ, ਕਿਉਂਕਿ ਇਦਾਂ ਪਹਿਲਾਂ ਕਦੇ ਨਹੀਂ ਹੋਇਆ ਸੀ। ਉਹ ਮੇਰਾ ਬਹੁਤ ਖਿਆਲ ਰੱਖਦੀ ਸੀ ਤੇ ਹਮੇਸ਼ਾ ਮੇਰੇ ਨਾਲ ਖੁਸ਼ ਰਹਿੰਦੀ ਸੀ। ਉਹ ਸਾਡੇ ਵਿੱਚ ਦੂਰੀਆਂ ਵਧਣ ਲੱਗ ਪਈਆਂ ਸੀ। ਇੱਕ ਦਿਨ ਇਹੀ ਸੋਚ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਫੈਸਲਾ ਹੀ ਕਰ ਲਿਆ ਕਿ ਮੈਂ ਆਪਣੀ ਘਰਵਾਲੀ ਦਾ ਰਾਜ਼ ਜਾਣ ਕੇ ਹੀ ਰਹੂੰਗਾ ਕਿ ਉਹ ਦੂਸਰੇ ਕਮਰੇ ਵਿੱਚ ਮੋਬਾਈਲ ਫੜ ਕੇ ਕੀ ਕਰਦੀ ਹੈ, ਕਿਉਂਕਿ ਮੈਨੂੰ ਡਰ ਸੀ ਕਿਤੇ ਉਹ ਪੈਸੇ ਦੀ ਕਮੀ ਕਰਕੇ ਕੋਈ ਗਲਤ ਕੰਮ ਤਾਂ ਨਹੀਂ ਕਰਦੀ ਪਈ। ਮੈਂ ਇਹ ਵੀ ਸੋਚ ਲਿਆ ਸੀ ਕਿ ਜੇ ਉਹਨੇ ਕੋਈ ਇਦਾਂ ਦੀ ਪੁੱਠੀ ਸਿੱਧੀ ਹਰਕਤ ਕੀਤੀ ਤਾਂ ਮੈਂ ਉਹਨੂੰ ਤਲਾਕ ਦੇ ਦੇਣਾ ਹੈ ਤੇ ਘਰੋਂ ਕੱਢ ਦੇਣਾ ਹੈ। ਫਿਰ ਨਾ ਹੀ ਮੈਂ ਆਪਣੇ ਪਿਆਰ ਦੀ ਫਿਕਰ ਕਰਨੀ ਹੈ ਤੇ ਨਾ ਹੀ ਆਪਣੇ ਬੱਚਿਆਂ ਦੀ। ਮੈਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ, ਇਸ ਕਰਕੇ ਇਹ ਮੈਂ ਕਦੇ ਨਹੀਂ ਹੋਣ ਦੇ ਸਕਦਾ ਸੀ ਤੇ ਇੱਕ ਗਲਤ ਜਨਾਨੀ ਕਰਕੇ ਮੇਰੇ ਬੱਚਿਆਂ ਤੇ ਗਲਤ ਅਸਰ ਪਏ, ਕਿਉਂਕਿ ਕੋਈ ਵੀ ਬੰਦਾ ਇਹ ਕਦੇ ਨਹੀਂ ਸੋਚ ਸਕਦਾ ਕਿ ਮੇਰੇ ਬੱਚਿਆਂ ਦੀ ਪਰਵਰਿਸ਼ ਗਲਤ ਜਨਾਨੀ ਦੇ ਹੱਥ ਹੋਵੇ। ਮੈਨੂੰ ਸ਼ੱਕ ਹੋਣ ਲੱਗ ਪਿਆ ਕਿ ਕਿਤੇ ਉਹ ਪੈਸੇ ਮੇਰੇ ਘਰਵਾਲੀ ਦੀ ਵਜ੍ਹਾ ਕਰਕੇ ਤਾਂ ਨਹੀਂ ਅਕਾਊਂਟ ਵਿੱਚ ਆਉਂਦੇ ਪਏ। ਮੈਨੂੰ ਡਰ ਸੀ ਕਿਤੇ ਉਹ ਗੈਰ ਬੰਦਿਆਂ ਨੂੰ ਆਪਣਾ ਜਿਸਮ ਦਿਖਾ ਕੇ ਤਾਂ ਇਹ ਪੈਸੇ ਤਾਂ ਨਹੀਂ ਕਮਾਉਂਦੀ ਪਈ, ਕਿਉਂਕਿ ਹਰ ਰੋਜ਼ ਰਾਤ ਨੂੰ ਉਹ ਦੂਜੇ ਕਮਰੇ ਵਿੱਚ ਚਲੀ ਜਾਂਦੀ ਸੀ ਤੇ ਪਤਾ ਨਹੀਂ ਫੋਨ ਤੇ ਕੀ ਕਰਦੀ ਰਹਿੰਦੀ ਸੀ। ਆਖਿਰ ਮੈਂ ਇੱਕ ਇੱਜ਼ਤਦਾਰ ਬੰਦਾ ਸੀ, ਘਰਵਾਲੀ ਦੇ ਕੋਈ ਗਲਤ ਕੰਮ ਨੂੰ ਬਰਦਾਸ਼ਤ ਥੋੜੀ ਕਰ ਸਕਦਾ ਸੀ। ਹੁਣ ਤਾਂ ਉਹ ਮੇਰਾ ਖਿਆਲ ਵੀ ਨਹੀਂ ਰੱਖਦੀ ਸੀ। ਹੁਣ ਤਾਂ ਬਸ ਇਹੀ ਫਿਕਰ ਰਹਿੰਦੀ ਸੀ ਕਿ ਮੈਂ ਜਲਦੀ ਨਾਲ ਦੁੱਧ ਪੀਵਾਂ
ਤੇ ਸੋ ਜਾਵਾਂ ਤਾਂ ਕਿ ਉਹ ਆਪਣਾ ਕੰਮ ਕਰ ਸਕੇ। ਹੁਣ ਤਾਂ ਮੇਰੇ ਬੱਚੇ ਵੀ ਮੈਨੂੰ ਇਹ ਕਹਿਣ ਲੱਗ ਪਏ ਕਿ ਪਾਪਾ, ਮੰਮੀ ਸਾਰਾ ਦਿਨ ਸੁੱਤੀ ਰਹਿੰਦੀ ਹੈ, ਅਸੀਂ ਰੋਟੀ ਵੀ ਆਪ ਹੀ ਪਾ ਕੇ ਖਾਂਦੇ ਹਾਂ। ਇਹ ਗੱਲ ਸੁਣ ਕੇ ਮੇਰਾ ਮਨ ਬਹੁਤ ਦੁਖੀ ਹੋਇਆ, ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਉਹਨਾਂ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਸੀ। ਇਹ ਸੋਚ ਕੇ ਮੇਰਾ ਦਿਲ ਅੰਦਰ ਹੀ ਅੰਦਰ ਟੁੱਟਦਾ ਪਿਆ ਸੀ, ਕਿਉਂਕਿ ਮੈਨੂੰ ਇਹ ਲੱਗਦਾ ਸੀ ਉਹ ਮੇਰੇ ਹੁੰਦੇ ਹੋਏ ਵੀ ਗੈਰ ਬੰਦਿਆਂ ਨਾਲ ਆਪਣਾ ਦਿਲ ਬਹਿਲਾਉਂਦੀ ਪਈ ਆ ਕਿ ਮੇਰੇ ਪਿਆਰ ਵਿੱਚ ਕੋਈ ਕਮੀ ਰਹਿ ਗਈ ਸੀ। ਮੇਰਾ ਦਿਲ ਬਹੁਤ ਦੁਖੀ ਹੋਇਆ ਕਿ ਮੇਰੇ ਨਾਲ ਇਦਾਂ ਕਿਉਂ ਕਰਦੀ ਪਈ ਆ, ਕਿਉਂਕਿ ਮੈਂ ਤਾਂ ਹਮੇਸ਼ਾ ਉਹਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਸੀ ਤੇ ਉਹਦੀ ਹਰ ਇੱਕ ਗੱਲ ਮੰਨਦਾ ਆਇਆ ਸੀ ਤੇ ਕਦੇ ਉਹਦੀ ਕਿਸੇ ਗੱਲ ਨੂੰ ਨਹੀਂ ਮੋੜਿਆ ਸੀ। ਮੇਰੇ ਦਿਮਾਗ ਵਿੱਚ ਬਾਰ-ਬਾਰ ਇਹੀ ਖਿਆਲ ਆਉਂਦੇ ਪਏ ਸੀ ਕਿ ਉਹ ਮੇਰੇ ਨਾਲ ਇਦਾਂ ਕਿੱਦਾਂ ਕਰ ਸਕਦੀ ਹੈ, ਉਹ ਮੇਰੇ ਤੋਂ ਜ਼ਿਆਦਾ ਪੈਸਿਆਂ ਨਾਲ ਪਿਆਰ ਕਿੱਦਾਂ ਕਰ ਸਕਦੀ ਹੈ। ਉਹਦੀ ਇਹ ਹਰਕਤ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਸੀ। ਮੈਂ ਸੋਚ ਲਿਆ ਸੀ ਕਿ ਜਿਸ ਦਿਨ ਉਹਦੇ ਬਾਰੇ ਮੈਨੂੰ ਕੋਈ ਸਬੂਤ ਮਿਲ ਗਿਆ, ਉਸੇ ਦਿਨ ਮੈਂ ਉਹਨੂੰ ਛੱਡ ਦੇਣਾ ਆ ਤੇ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖ ਲੈਣਾ ਆ। ਬੱਚਿਆਂ ਦੀ ਪਰਵਰਿਸ਼ ਵੀ ਮੈਂ ਖੁਦ ਹੀ ਕਰ ਲਵਾਂਗਾ, ਕਿਉਂਕਿ ਮੈਂ ਇੱਕ ਗਲਤ ਜਨਾਨੀ ਦੇ ਹੱਥ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦਾ ਸੀ। ਉਸ ਤੋਂ ਬਾਅਦ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ। ਸਵੇਰ ਹੋਈ ਤਾਂ ਮੈਂ ਆਪਣੇ ਕੰਮ ਤੇ ਚਲਾ ਗਿਆ। ਸ਼ਾਮ ਹੋਈ ਤਾਂ ਮੈਂ ਆਪਣੀ ਘਰਵਾਲੀ ਨੂੰ ਫੋਨ ਕਰ ਦਿੱਤਾ ਕਿ ਅੱਜ ਮੈਂ ਆਪਣੇ ਦੋਸਤ ਦੇ ਨਾਲ ਉਹਨਾਂ ਦੇ ਘਰ ਚੱਲਾ ਹਾਂ, ਇਸ ਕਰਕੇ ਸ਼ਾਇਦ ਅੱਜ ਮੈਂ ਘਰ ਨਾ ਆ ਸਕਾਂ, ਤੂੰ ਬੱਚੇ ਲੈ ਕੇ ਟਾਈਮ ਨਾਲ ਸੋ ਜਾਵੀਂ। ਅੱਜ ਮੈਂ ਸੋਚ ਲਿਆ ਸੀ ਕਿ ਉਹਦਾ ਰਾਜ ਮੈਂ ਜਾਣ ਕੇ ਹੀ ਰਹੂੰਗਾ। ਮੈਂ ਕੰਮ ਤੋਂ ਜਲਦੀ ਵਾਪਸ ਆ ਗਿਆ ਤੇ ਮੈਂ ਚੋਰੀ ਜਾ ਕੇ ਆਪਣੀ ਘਰਵਾਲੀ ਦੇ ਕਮਰੇ ਵਿੱਚ ਲੁਕ ਗਿਆ। ਕਿਸੇ ਨੂੰ ਵੀ ਇਹ ਗੱਲ ਪਤਾ ਨਹੀਂ ਸੀ ਕਿ ਮੈਂ ਘਰ ਵਿੱਚ ਹਾਂ। ਹੁਣ ਬਸ ਮੈਨੂੰ ਆਪਣੀ ਘਰਵਾਲੀ ਦੇ ਆਉਣ ਦੀ ਉਡੀਕ ਸੀ। ਮੈਨੂੰ ਪਤਾ ਸੀ ਕਿ ਉਹ ਜੋ ਵੀ ਕਰੂਗੀ ਆਪਣੇ ਕਮਰੇ ਵਿੱਚ ਹੀ ਕਰੂਗੀ। ਬੱਚੇ ਵੀ ਸੋ ਗਏ ਸੀ। ਉਹਦੇ ਆਉਣ ਤੋਂ ਪਹਿਲਾਂ ਹੀ ਮੈਂ ਪਰਦੇ ਪਿੱਛੇ ਲੁਕ ਗਿਆ ਸੀ। ਥੋੜੇ ਹੀ ਟਾਈਮ ਬਾਅਦ ਉਹ ਕਮਰੇ ਵਿੱਚ ਆ ਗਈ। ਉਹਨੇ ਦੇਖਿਆ ਕਿ ਬੱਚੇ ਸੁੱਤੇ ਪਏ ਆ। ਉਹ ਬੈੱਡ ਤੇ ਬੈਠ ਗਈ ਤੇ ਆਪਣਾ ਫੋਨ ਚਲਾਉਣ ਲੱਗ ਪਈ। ਉਸ ਵੇਲੇ ਉਹਨੂੰ 2 ਬੰਦਿਆਂ ਦੀ ਵੀਡੀਓ ਕਾਲ ਆ ਗਈ। ਉਹਨੇ ਵੀਡੀਓ ਕਾਲ ਚੁੱਕ ਲਈ। ਮੇਰੀ ਘਰਵਾਲੀ ਨੂੰ ਬਿਲਕੁਲ ਨਹੀਂ ਪਤਾ ਸੀ ਕਿ ਮੈਂ ਪਿੱਛੇ ਖੜਾ ਹਾਂ। ਹੁਣ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ। ਮੈਨੂੰ ਆਪਣੀ ਘਰਵਾਲੀ ਤੇ ਬਹੁਤ ਗੁੱਸਾ ਆਉਂਦਾ ਪਿਆ ਸੀ ਕਿ ਆਖਰ ਜੋ ਮੈਂ ਸੋਚਿਆ ਸੀ ਉਹ ਸੱਚ ਹੋਇਆ। ਮੈਂ ਬਿਨਾਂ ਕੁਝ ਸੋਚੇ ਸਮਝੇ ਉਹਦੇ ਸਾਹਮਣੇ ਆ ਗਿਆ। ਮੈਨੂੰ ਇਸ ਤਰ੍ਹਾਂ ਆਪਣੇ ਕਮਰੇ ਵਿੱਚ ਦੇਖ ਕੇ ਉਹ ਇੱਕਦਮ ਡਰ ਗਈ। ਉਹਨੇ ਜਲਦੀ ਨਾਲ ਫੋਨ ਕੱਢ ਦਿੱਤਾ ਤੇ ਸਾਈਡ ਤੇ ਰੱਖ ਦਿੱਤਾ। ਮੈਨੂੰ ਗੁੱਸਾ ਆਇਆ ਤੇ ਉਹਨੂੰ ਬਾਹੋਂ ਫੜ ਕੇ ਬਾਹਰ ਲੈ ਆਇਆ, ਕਿਉਂਕਿ ਮੈਂ ਉਸ ਦੇ ਕਰਕੇ ਆਪਣੇ ਬੱਚਿਆਂ ਦੀ ਨੀਂਦ ਨਹੀਂ ਖਰਾਬ ਕਰਨਾ ਚਾਹੁੰਦਾ ਸੀ। ਇਸ ਕਰਕੇ ਮੈਂ ਉਸ ਨੂੰ ਬਾਹਰ ਲੈ ਆਇਆ। ਮੈਂ ਉਸ ਨੂੰ ਗੁੱਸੇ ਵਿੱਚ ਬੋਲਿਆ ਕਿ ਇਹ ਹੈ ਤੇਰਾ ਸੀਰੀਅਲ, ਸੱਚ ਦੱਸ, ਤੂੰ ਮੇਰੇ ਨਾਲ ਇਦਾਂ ਕਿਉਂ ਕੀਤਾ? ਤੈਨੂੰ ਜਰਾ ਸ਼ਰਮ ਨਹੀਂ ਆਈ ਮੈਨੂੰ ਧੋਖਾ ਦੇਣ ਲੱਗੇ? ਮੇਰੇ 'ਚ ਕਿਹੜੀ ਕਮੀ ਰਹਿ ਗਈ ਸੀ ਜੋ ਤੂੰ ਮੇਰੇ ਪਿੱਛੇ 2 ਬੰਦਿਆਂ ਨਾਲ ਗੱਲ ਕਰਦੀ ਪਈ ਆ? ਜੇ ਤੂੰ ਮੇਰੇ ਤੋਂ ਖੁਸ਼ ਹੀ ਨਹੀਂ ਸੀ ਤਾਂ ਮੈਨੂੰ ਦੱਸ ਦਿੰਦੀ। ਇਹ ਸਭ ਕਰਨ ਦੀ ਤੈਨੂੰ ਕੀ ਲੋੜ ਸੀ? ਜੋਤੀ, ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਤੂੰ ਮੇਰੇ ਨਾਲ ਇਦਾਂ ਕਰ ਸਕਦੀ ਹੈ। ਤੂੰ ਇੱਕ ਵਾਰੀ ਵੀ ਮੇਰੇ ਬਾਰੇ ਨਹੀਂ ਸੋਚਿਆ। ਤੂੰ ਮੇਰੇ ਪਿਆਰ ਨੂੰ ਮਿੱਟੀ 'ਚ ਰੋਲ ਦਿੱਤਾ, ਮੇਰੀ ਤੇ ਮੇਰੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਰੋਜ਼ ਸੀਰੀਅਲ ਦੇਖਣ ਦੇ ਬਹਾਨੇ ਇਹ ਸਭ ਕੁਝ ਕਰਦੀ ਹੈ। ਸ਼ਰਮ ਆਉਂਦੀ ਆ ਮੈਨੂੰ ਤੈਨੂੰ ਆਪਣੀ ਘਰਵਾਲੀ ਕਹਿੰਦੇ ਹੋਏ। ਮੇਰੀ ਗੱਲ ਸੁਣ ਕੇ ਉਹ ਬਹੁਤ ਸ਼ਰਮਿੰਦਾ ਹੋਈ ਤੇ ਮੈਨੂੰ ਕਹਿਣ ਲੱਗੀ ਕਿ ਮੇਰੀ ਗੱਲ ਸੁਣੋ, ਮੈਂ ਕੋਈ ਗਲਤ ਕੰਮ ਨਹੀਂ ਕਰਦੀ ਪਈ, ਮੇਰੀ ਗੱਲ ਤਾਂ ਸੁਣੋ ਪਲੀਜ਼। ਮੈਂ ਗੁੱਸੇ ਵਿੱਚ ਬੋਲਿਆ ਕਿ ਹੁਣ ਸੁਣਨ ਲਈ ਰਹਿ ਹੀ ਕੀ ਗਿਆ ਏ, ਹੁਣ ਤੂੰ ਹੋਰ ਕੋਈ ਨਵੀਂ ਕਹਾਣੀ ਬਣਾ ਕੇ ਦੱਸਣੀ ਹੈ। ਉਹ ਮੈਨੂੰ ਕਹਿਣ ਲੱਗੀ ਕਿ ਪਲੀਜ਼ ਤੁਸੀਂ ਮੇਰੀ ਇੱਕ ਵਾਰ ਗੱਲ ਸੁਣ ਲਵੋ, ਫਿਰ ਜੋ ਤੁਸੀਂ ਕਹੋਗੇ ਮੈਨੂੰ ਮਨਜ਼ੂਰ ਹੈ। ਉਹ ਕਹਿੰਦੀ ਕਿ ਜਦੋਂ ਦਾ ਆਪਣਾ ਵਿਆਹ ਹੋਇਆ ਮੈਂ ਤੁਹਾਡੇ ਨਾਲ ਬਹੁਤ ਜ਼ਿਆਦਾ ਖੁਸ਼ ਸੀ। ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਮਹਿਸੂਸ ਹੋਈ ਤੇ ਨਾ ਕਦੇ ਤੁਸੀਂ ਹੋਣ ਦਿੱਤੀ ਸੀ। ਬਾਅਦ ਵਿੱਚ ਸਾਡੇ ਬੱਚੇ ਹੋ ਗਏ ਤੇ ਆਪਣੇ ਖਰਚੇ ਵੀ ਵੱਧ ਗਏ। ਜਿੱਦਾਂ ਹੀ ਸਾਡੇ ਬੱਚੇ ਵੱਡੇ ਹੋਣ ਲੱਗੇ, ਉਦਾਂ ਹੀ ਘਰ 'ਚ ਪੈਸਿਆਂ ਦੀ ਕਮੀ ਵੀ ਵਧਣ ਲੱਗੀ। ਮੈਂ ਆਪਣੇ ਬੱਚਿਆਂ ਨੂੰ ਛੋਟੀਆਂ ਚੀਜ਼ਾਂ ਤੋਂ ਤਰਸਦੇ ਹੋਏ ਨਹੀਂ ਦੇਖ ਸਕਦੀ ਸੀ। ਜਦੋਂ ਮੈਂ ਆਪਣੇ ਬੱਚਿਆਂ ਨੂੰ ਦੁਖੀ ਨਹੀਂ ਦੇਖ ਸਕਦੀ ਸੀ, ਆਪਣੇ ਬੱਚੇ ਜਦੋਂ ਗੁਆਂਢੀਆਂ ਦੇ ਬੱਚਿਆਂ ਨੂੰ ਸਕੂਲ ਜਾਂਦੇ ਦੇਖਦੇ ਸੀ ਤਾਂ ਉਹ ਵੀ ਮੈਨੂੰ ਪੁੱਛਦੇ ਸੀ ਕਿ ਮੰਮੀ, ਅਸੀਂ ਸਕੂਲ ਕਦੋਂ ਜਾਵਾਂਗੇ? ਮੇਰੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਹੁੰਦਾ।
ਮੈਂ ਵੀ ਚਾਹੁੰਦੀ ਸੀ ਕਿ ਸਾਡੇ ਬੱਚੇ ਸਕੂਲ ਜਾਣ। ਮੈਂ ਹਮੇਸ਼ਾ ਇਹੀ ਸੋਚਦੀ ਕਿ ਇਸ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਾਂ, ਪਰ ਜਦੋਂ ਤੁਸੀਂ ਘਰ ਆਉਂਦੇ ਸੀ ਬਹੁਤ ਥੱਕੇ ਹਾਰੇ ਹੁੰਦੇ ਸੀ। ਫਿਰ ਮੇਰੇ ਕੋਲ ਤੁਹਾਨੂੰ ਕੁਝ ਵੀ ਕਹਿਣ ਦੀ ਹਿੰਮਤ ਨਹੀਂ ਹੁੰਦੀ, ਕਿਉਂਕਿ ਮੈਂ ਜਾਣਦੀ ਸੀ ਕਿ ਤੁਸੀਂ ਸਾਡੇ ਲਈ ਕਿੰਨੀ ਮਿਹਨਤ ਕਰਦੇ ਹੋ, ਪਰ ਫਿਰ ਵੀ ਸਾਡੇ ਖਰਚੇ ਪੂਰੇ ਨਹੀਂ ਹੋ ਸਕਦੇ ਸੀ। ਇੱਕ ਦਿਨ ਗੁਆਂਢੀਆਂ ਦੀ ਕੁੜੀ ਰੂਪ ਸਾਡੇ ਘਰ ਆਈ ਤੇ ਉਹਨੇ ਮੈਨੂੰ ਇਸ ਕੰਮ ਬਾਰੇ ਦੱਸਿਆ। ਮੈਨੂੰ ਪਤਾ ਸੀ ਕਿ ਤੁਸੀਂ ਮੈਨੂੰ ਮਨਾ ਕਰ ਦਿਓਗੇ, ਇਸ ਕਰਕੇ ਮੈਂ ਤੁਹਾਡੇ ਤੋਂ ਬਿਨਾਂ ਪੁੱਛੇ ਹੀ ਇਹ ਕੰਮ ਕਰਨ ਲੱਗ ਪਈ। ਪਲੀਜ਼ ਤੁਸੀਂ ਮੇਰੀ ਗੱਲ ਦਾ ਯਕੀਨ ਕਰੋ, ਮੈਂ ਕੋਈ ਵੀ ਗਲਤ ਕੰਮ ਨਹੀਂ ਕਰਦੀ ਹਾਂ। ਮੈਂ ਫੋਨ ਤੇ ਬਿਊਟੀ ਦੇ ਪ੍ਰੋਡਕਟ ਸੇਲ ਕਰਦੀ ਹਾਂ। ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਮੇਰੇ ਤੇ ਸ਼ੱਕ ਕਰਨ ਲੱਗ ਪਏ ਹੋ, ਪਰ ਕੰਮ ਕਰਨਾ ਮੇਰੀ ਮਜਬੂਰੀ ਸੀ। ਆਪਣੇ ਬੱਚਿਆਂ ਦੇ ਲਈ ਮੈਂ ਕੁਝ ਵੀ ਕਰ ਸਕਦੀ ਸੀ। ਮੈਂ ਰਾਤ ਨੂੰ ਤੁਹਾਨੂੰ ਦੁੱਧ ਇਸ ਕਰਕੇ ਦਿੰਦੀ ਸੀ ਕਿ ਤੁਸੀਂ ਆਰਾਮ ਨਾਲ ਸੋ ਜਾਓ, ਕਿਉਂਕਿ ਤੁਸੀਂ ਸਾਰਾ ਦਿਨ ਸਾਡੇ ਲਈ ਕੰਮ ਕਰਦੇ ਸੀ ਤੇ ਥੱਕ ਜਾਂਦੇ ਸੀ। ਮੈਂ ਸਿਰਫ ਤੁਹਾਡੇ ਘਰ ਦੇ ਖਰਚਿਆਂ ਵਿੱਚ ਮਦਦ ਕਰਨਾ ਚਾਹੁੰਦੀ ਸੀ। ਤੁਸੀਂ ਮੇਰਾ ਭਰੋਸਾ ਕਰੋ, ਮੈਂ ਕੋਈ ਵੀ ਗਲਤ ਕੰਮ ਨਹੀਂ ਕਰਦੀ ਸੀ ਤੇ ਨਾ ਹੀ ਮੈਂ ਕੋਈ ਗਲਤ ਕੰਮ ਕਰਨ ਬਾਰੇ ਕਦੇ ਸੋਚ ਸਕਦੀ ਸੀ। ਅੱਜ ਤੁਸੀਂ ਮੈਨੂੰ ਵੀਡੀਓ ਕਾਲ ਤੇ ਗੱਲ ਕਰਦੇ ਦੇਖਿਆ। ਉਹ ਸਾਡੀ ਮੀਟਿੰਗ ਚੱਲਦੀ ਪਈ ਸੀ। ਉਹ ਹਰ ਮਹੀਨੇ ਸਾਨੂੰ ਇੱਕ ਮੀਟਿੰਗ ਦੇ ਜ਼ਰੀਏ ਦੱਸਦੇ ਆ ਕਿ ਤੁਸੀਂ ਆਪਣੇ ਪ੍ਰੋਡਕਟ ਨੂੰ ਕਿੱਦਾਂ ਸੇਲ ਕਰ ਸਕਦੇ ਆ, ਕਿੱਦਾਂ ਅਸੀਂ ਆਪਣੇ ਕੰਮ ਨੂੰ ਅੱਗੇ ਵਧਾ ਸਕਦੇ ਆ। ਉਹਦੀਆਂ ਗੱਲਾਂ ਸੁਣ ਕੇ ਮੈਨੂੰ ਤਸੱਲੀ ਹੋਈ ਤੇ ਆਪਣੇ ਆਪ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਪਿਆ ਸੀ ਕਿ ਮੈਂ ਆਪਣੀ ਘਰਵਾਲੀ ਦੇ ਬਾਰੇ ਇੰਨਾ ਗਲਤ ਕਿਵੇਂ ਸੋਚਿਆ। ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਸੀ। ਉਸ ਤੋਂ ਅੱਗੇ ਮੈਂ ਆਪਣੀ ਘਰਵਾਲੀ ਨੂੰ ਕੋਈ ਸਵਾਲ ਨਹੀਂ ਕੀਤਾ ਤੇ ਆਪਣੀ ਘਰਵਾਲੀ ਤੋਂ ਮਾਫੀ ਮੰਗੀ ਤੇ ਉਹਨੂੰ ਗਲੇ ਲਾ ਲਿਆ। ਉਹਨੇ ਵੀ ਹੁਣ ਮੈਨੂੰ ਮਾਫ ਕਰ ਦਿੱਤਾ ਸੀ। ਅਸੀਂ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਖੁਸ਼ ਹਾਂ। ਉਸ ਦਿਨ ਤੋਂ ਬਾਅਦ ਮੇਰੀ ਪਤਨੀ ਹਰ ਰੋਜ਼ ਆਪਣੇ ਕਮਰੇ ਵਿੱਚ ਬੈਠ ਕੇ ਹੀ ਆਪਣਾ ਕੰਮ ਕਰਦੀ ਤੇ ਕਦੇ-ਕਦੇ ਉਹਦੇ ਕੰਮ ਵਿੱਚ ਮੈਂ ਵੀ ਉਸ ਦੀ ਮਦਦ ਕਰ ਦਿੰਦਾ ਹਾਂ। ਹੁਣ ਸਾਡੇ ਘਰ ਦੇ ਖਰਚੇ ਬਹੁਤ ਆਸਾਨੀ ਨਾਲ ਚੱਲਦੇ ਨੇ ਤੇ ਸਾਡੇ ਬੱਚੇ ਵੀ ਹੁਣ ਵਧੀਆ ਸਕੂਲ ਵਿੱਚ ਪੜ੍ਹਦੇ ਨੇ। ਅਸੀਂ ਹੁਣ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ।